ਵੈਸਾਖ ਧੀਰਨ ਕਿਉਂ ਵਾਡੀਆਂ, ਜਿਨ੍ਹਾਂ ਪ੍ਰੇਮ ਬਿਸ਼ੋ ਹਰ ਸਾਜਨ ਪੁਰਖ ਵਿਸਾਰ ਕੈ। ਲੱਗੀ ਮਾਇਆ ਧੋ ਪੁੱਤਰ ਕਲਤਰ ਨ ਸੰਗ ਤਨਾ, ਹਰ ਅਬਨਾਸ਼ੀ ਓ ਪਲਚ ਪਲਚ ਸਗਲੀ ਮੋਈ, ਝੂਠੈ ਧੰਦੈ ਮੋਹ। ਇਕਸ ਹਰ ਕੇ ਨਾਮ ਬਿਨ, ਅੱਗੇ ਲਈਐ ਖੋ। ਦਈ ਵਿਸਾਰ ਵਿਗੁਚਣਾ, ਪ੍ਰਭ ਬਿਨ ਅਵਰ ਨਾ ਕੋਇ। ਪ੍ਰੀਤਮ ਚਰਨੀ ਜੋ ਲੱਗੇ, ਤਿਨ ਕੇ ਨਿਰਮਲ ਸੋਏ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਵੈਸਾਖ ਸੁਹਾਵਾ ਤਾਂ ਲੱਗੈ, ਜਾਂ ਸੰਤ ਭੇਟੈ ਹਰ ਸੋਏ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਵੈਸਾਖ ਸੁਹਾਵਾ ਤਾਂ ਲੱਗੈ, ਜਾਂ ਸੰਤ ਭੇਟੈ ਹਰ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਗਰੀਬ ਨਵਾਜ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠ ਅਤੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਆਪਣੇ ਘਰਾਂ ਵਿੱਚ ਬੈਠ ਕਰਕੇ ਫਤਿਹ ਟੀਵੀ ਦੁਆਰਾ ਸਿੱਧੇ ਪ੍ਰਸਾਰਨ ਦੇ ਰਾਹੀਂ ਪਾਵਨ ਅਸਥਾਨ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਫਤਿਹ ਨਗਰ ਨਵੀਂ ਦਿੱਲੀ ਤੋਂ ਪਾਵਨ ਬਾਣੀ ਆਸਾ ਦੀ ਵਾਰ ਦਾ ਕੀਰਤਨ ਆਪ ਜੀ ਗੁਰੂ ਸਵਾਰੇ ਕੀਰਤਨੀਆਂ ਦੇ ਪਾਸੋਂ ਸਰਵਨ ਕਰ ਰਹੇ ਸੀ। ਆਓ ਸਾਧ ਸੰਗਤ, ਅੱਜ ਵੈਸਾਖ ਦਾ ਮਹੀਨਾ ਆਰੰਭ ਹੋਇਆ ਹੈ ਅਤੇ ਵੈਸਾਖ ਦਾ ਮਹੀਨਾ ਸਿੱਖ ਧਰਮ ਦੇ ਅੰਦਰ ਬਹੁਤ ਵੱਡੇ ਮਹੱਤਵ ਵਾਲਾ ਹੈ। ਅੱਜ ਖਾਲਸੇ ਦਾ ਸਾਜਨਾ ਦਿਵਸ ਹੈ। ਇਹਦੇ ਨਾਲ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਦਸਤਾਰ ਦੀ ਬਖਸ਼ਿਸ਼ ਕੀਤੀ ਹੈ, ਅੱਜ ਦਾ ਦਿਨ ਸਿੱਖ ਦਸਤਾਰ ਦਿਵਸ ਵੀ ਉਚੇਚੇ ਤੌਰ 'ਤੇ ਮਨਾਇਆ ਜਾ ਰਿਹਾ ਹੈ। ਇਹਦੇ ਨਾਲ ਨਾਲ ਅੱਜ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ
ਸਤਿਗੁਰਾਂ ਦਾ ਪਾਵਨ ਗੁਰਤਾ ਗੱਦੀ ਪੁਰਬ ਵੀ ਹੈ। ਆਓ ਇਹਨਾਂ ਸਾਰੇ ਹੀ ਇਤਿਹਾਸਕ ਦਿਹਾੜਿਆਂ ਦੀ ਵਿਚਾਰ ਆਰੰਭ ਕਰੀਏ। ਸਾਰੀਆਂ ਸੰਗਤਾਂ ਕਰੋ ਕਿਰਪਾ, ਗੁਰੂ ਚਰਨਾਂ ਵਿੱਚ ਸੀਸ ਝੁਕਾਓ। ਰਸਨਾ ਨੂੰ ਪਵਿੱਤਰ ਕਰਦਿਆਂ ਸਾਰੇ ਹੀ ਜਪੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀਓ, ਪਾਵਨ ਬਾਣੀ 12 ਮਾਹ ਦੇ ਅੰਦਰ ਆਪ ਜੀ ਨੇ ਵਿਸਾਖ ਦੇ ਮਹੀਨੇ ਦੇ ਪ੍ਰਥਾਏ ਉਚਾਰਨ ਕੀਤਾ ਸ਼ਬਦ, ਜਿਸ ਦਾ ਮੂਲ ਪਾਠ ਆਪ ਜੀ ਨੇ ਸਰਵਨ ਕੀਤਾ ਹੈ। 12 ਮਹੀਨਿਆਂ ਦੇ ਅੰਦਰ ਵਿਸਾਖ ਦਾ ਜਿਹੜਾ ਮਹੀਨਾ ਹੈ, ਇਸ ਦਾ ਆਪਣਾ ਬਹੁਤ ਵੱਡਾ ਮਹੱਤਵ ਹੈ, ਕਿਉਂਕਿ ਵਿਸਾਖ ਦੇ ਸਮੇਂ ਹਾੜੀ ਦੀ ਜਿਹੜੀ ਫਸਲ ਹੈ ਉਹ ਪੱਕ ਕੇ ਬਿਲਕੁਲ ਤਿਆਰ ਹੋ ਜਾਂਦੀ ਹੈ, ਤੇ ਮਨੁੱਖ ਦਾ ਸਭ ਤੋਂ ਵੱਡਾ ਪਰਪਸ ਇਹ ਹੈ ਕਿ ਮੇਰੇ ਵਾਸਤੇ ਖਾਣ ਵਾਲੇ ਜਿਹੜੇ ਪਦਾਰਥ ਨੇ ਉਹਨਾਂ ਦੀ ਕੋਈ ਕਮੀ ਨਾ ਆਵੇ। ਇਸ ਕਰਕੇ ਹਰ ਇੱਕ ਮਨੁੱਖ ਆਪਣੀ ਖੁਰਾਕ ਦੇ ਪ੍ਰਬੰਧ ਲਈ ਯਤਨਸ਼ੀਲ ਹੈ। ਤੇ ਵਿਸਾਖ ਦਾ ਮਹੀਨਾ ਇਹੋ ਜਿਹਾ ਮਹੀਨਾ ਹੈ ਜਿਸ ਦੇ ਅੰਦਰ ਹਰ ਇੱਕ ਮਨੁੱਖ ਜਦੋਂ ਫਸਲ ਨੂੰ ਸਾਂਭਦਾ ਏ, ਵੱਢਦਾ ਏ, ਤੇ ਬੜੀ ਖੁਸ਼ੀ ਦੇ ਨਾਲ ਉਹ ਆਪਣੇ ਆਉਣ ਵਾਲੇ ਸਮੇਂ ਲਈ ਦਾਣਿਆਂ ਦਾ, ਖੁਰਾਕ ਦਾ ਪ੍ਰਬੰਧ ਕਰ ਰਿਹਾ ਏ। ਤੇ ਆਪਾਂ ਵੇਖਦੇ ਹਾਂ ਅੱਜ ਥੋੜ੍ਹਾ ਜਿਹਾ ਮਾਹੌਲ ਬਦਲ ਗਿਆ ਹੈ ਕਿ ਜਦੋਂ ਆਟੇ ਦੀ ਲੋੜ ਹੈ ਉਦੋਂ ਅਸੀਂ ਦੁਕਾਨ 'ਤੇ ਜਾ ਕੇ ਆਟੇ ਦੀ ਥੈਲੀ ਲੈ ਕੇ ਆਉਣੇ ਆ। ਪਰ ਪਿੰਡਾਂ ਦੇ ਵਿੱਚ ਅਜੇ ਵੀ ਇਹੋ ਜਿਹਾ ਮਾਹੌਲ ਹੈ ਕਿ ਜਿਹੜੇ ਸਾਲ ਭਰ ਤੁਸੀਂ ਦਾਣੇ ਵਰਤਨੇ ਨੇ ਕਣਕ ਦੇ ਰੂਪ ਦੇ ਵਿੱਚ, ਆਟੇ ਦੇ ਰੂਪ ਦੇ ਵਿੱਚ, ਉਹ ਵਿਸਾਖ ਦੇ ਮਹੀਨੇ ਤੁਸੀਂ ਜੋੜ ਕੇ ਭੜੋਲੇ ਭਰ ਕੇ ਰੱਖ ਲੈਂਦੇ ਹੋ, ਤੇ ਸਾਰਾ ਸਾਲ ਉਹ ਅਨਾਜ ਫਿਰ ਵਰਤਿਆ ਜਾਂਦਾ ਹੈ। ਸੋ ਜਿਸ ਮਨੁੱਖ ਨੇ ਵਿਸਾਖ ਦੇ ਮਹੀਨੇ ਪੱਕੀ ਹੋਈ ਫਸਲ ਨੂੰ ਸਾਂਭ ਲਿਆ, ਸਾਂਭ ਕੇ ਦਾਣੇ ਜਿਹੜੇ ਨੇ ਭੜੋਲੇ ਭਰ ਕੇ ਰੱਖ ਲਏ, ਇੱਕ ਸਾਲ ਦੇ ਲਈ ਉਹ ਬੇਫਿਕਰ ਹੋ ਜਾਂਦਾ ਵੀ ਮੇਰੇ ਕੋਲ ਪ੍ਰਬੰਧ ਹੋ ਗਿਆ ਹੈ। ਉਹ ਮਨੁੱਖ ਫਿਰ ਬੜੀ ਖੁਸ਼ੀ ਦੇ ਨਾਲ ਵਿਸਾਖ ਦੇ ਮਹੀਨੇ ਲੱਗਣ ਵਾਲੇ ਮੇਲਿਆਂ 'ਤੇ ਪਹੁੰਚਦਾ ਏ। ਆਪਣਾ ਮਨ ਪਰਚਾਵੇ ਦੇ ਲਈ ਉਹਨਾਂ ਮੇਲਿਆਂ ਦੇ ਵਿੱਚ ਜਾਂਦਾ ਹੈ, ਤੇ ਇਹ ਬੜਾ ਖੁਸ਼ੀ ਦਾ ਸਬਬ ਜਿਹੜਾ ਇਸ ਮਹੀਨੇ ਦੇ ਵਿੱਚ ਬਣਦਾ ਹੈ। ਇਸੇ ਪ੍ਰਕਾਰ ਸਾਧ ਸੰਗਤ, ਜਿੱਥੇ ਅਸੀਂ ਦੁਨਿਆਵੀ ਤੌਰ ਤੇ ਬਾਹਰ ਦੀ ਖੇਤੀ ਨੂੰ ਸਾਂਭਣਾ ਹੈ, ਉੱਥੇ ਹਜ਼ੂਰ ਸੱਚੇ ਪਾਤਸ਼ਾਹ ਨੇ ਵਿਸਾਖ ਦੇ ਮਹੀਨੇ ਇਹ ਵੀ ਉਪਦੇਸ਼ ਬਖਸ਼ਿਆ ਕਿ ਹੇ ਜੀਵ, ਤੇਰੇ ਅੰਦਰ ਵੀ ਸ਼ੁਭ ਗੁਣਾਂ ਦੀ ਇੱਕ ਖੇਤੀ ਹੈ, ਤੇ ਚੰਗਾ ਸਿਆਣਾ ਜ਼ਿਮੀਂਦਾਰ ਉਹੀ ਹੁੰਦਾ ਏ ਜਿਹੜਾ ਪੱਕੀ ਫਸਲ ਨੂੰ ਸਾਂਭ ਲਵੇ। ਤੇ ਮਹਾਰਾਜ ਕਹਿੰਦੇ ਆਪਣੀ ਖੇਤੀ ਰੱਖ ਲੈ, ਕੂੰਜ ਪੜੇਗੀ ਖੇਤ। ਤੇਰੀ ਜ਼ਿੰਦਗੀ ਦੇ ਅੰਦਰ ਤੇਰੇ ਸ਼ੁਭ ਗੁਣ ਕਿਤੇ ਲੁੱਟੇ ਨਾ ਜਾਣ, ਕਿਤੇ ਵਿਕਾਰਾਂ ਦੀਆਂ ਕੂੰਜਾਂ ਨਾ ਆ ਕੇ ਪੈ ਜਾਣ, ਉਸ ਵਾਸਤੇ ਤੂੰ ਸੁਚੇਤ ਹੋਣਾ ਹੈ। ਤੇ ਸੱਚੇ ਪਾਤਸ਼ਾਹ ਜੀ ਨੇ ਇਸ ਵਿਸਾਖ ਦੇ ਮਹੀਨੇ ਦੇ ਰਾਹੀਂ ਕਿਰਪਾ ਕਰਕੇ ਬਖਸ਼ਿਸ਼ ਕੀਤੀ। ਕਹਿੰਦੇ ਜਿੱਥੇ ਦੁਨੀਆ ਦੇ ਸਾਰੇ ਲੋਕ ਵਿਸਾਖ ਦੇ ਮਹੀਨੇ, ਵਿਸਾਖੀ ਵਾਲੇ ਦਿਨ ਬੜੀ ਖੁਸ਼ੀ ਦੇ ਵਿੱਚ ਨਜ਼ਰ ਆਉਂਦੇ ਨੇ, ਪਰ ਜਿਹੜੀ ਜੀਵ ਰੂਪ ਇਸਤਰੀ ਪਤੀ ਪਰਮੇਸ਼ਰ ਤੋਂ ਵਿਛੜੀ ਹੋਈ ਹੈ, ਉਹਦੀ ਜ਼ਿੰਦਗੀ ਵਿੱਚ ਖੁਸ਼ੀ ਨਹੀਂ ਹੈ। ਉਹਦੀ ਜ਼ਿੰਦਗੀ ਵਿੱਚ ਆਨੰਦ ਕਿਵੇਂ ਆਵੇ ਜਿਹਦਾ ਪਤੀ ਦੇ ਨਾਲੋਂ ਵਿਛੋੜਾ ਪਿਆ ਹੋਇਆ। ਵੈਸਾਖ ਧੀਰਨ ਕਿਉਂ ਵਾਢੀਆਂ ਜਿਨ੍ਹਾਂ ਪ੍ਰੇਮ ਵਿਛੋ। ਜਿਹੜੀ ਪਤੀ ਤੋਂ ਵਿਛੜੀ ਹੋਈ ਹੈ ਇਸਤਰੀ, ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਤੇ ਇੱਥੇ
ਅਕਾਲ ਪੁਰਖ ਪਤੀ ਪਰਮੇਸ਼ਰ ਦੀ ਗੱਲ ਨੇ। ਕਹਿੰਦੇ ਉਹਦੇ ਤੋਂ ਵਿਛੜ ਕੇ ਜੀਵ ਕਦੇ ਵੀ ਖੁਸ਼ ਨਹੀਂ ਰਹਿ ਸਕਦਾ, ਪ੍ਰਸੰਨ ਨਹੀਂ ਰਹਿ ਸਕਦਾ। ਭਾਵੇਂ ਵਿਸਾਖ ਦਾ ਮਹੀਨਾ ਬੜੀ ਖੁਸ਼ੀ ਦੇਣ ਵਾਲਾ ਏ, ਪਰ ਪਤੀ ਤੋਂ ਵਿਛੜੇ ਹੋਏ ਜੀਵ ਕਦੇ ਵੀ ਖੁਸ਼ ਨਹੀਂ ਹੋ ਸਕਦੇ, ਕਦੇ ਵੀ ਆਨੰਦ ਪ੍ਰਾਪਤ ਨਹੀਂ ਕਰ ਸਕਦੇ। ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋ। ਕਹਿੰਦੇ ਜੀਵ ਰੂਪ ਇਸਤਰੀ ਨੂੰ ਖਸਮ ਪ੍ਰਭੂ ਤੇ ਵਿਸਰ ਗਿਆ ਤੇ ਮਾਇਆ ਦੇ ਮੋਹ ਵਿੱਚ, ਮਾਇਆ ਦੇ ਛਲਾਵੇ ਵਿੱਚ ਉਹ ਫਸ ਗਈ, ਮਾਇਆ ਦੇ ਹੱਥ ਚੜ ਗਈ। ਉਹਨੂੰ ਪਤੀ ਪਰਮੇਸ਼ਰ ਖਸਮ ਭੁੱਲਿਆ ਹੋਇਆ ਏ ਤੇ ਉਹਨੂੰ ਇਸ ਗੱਲ ਦੀ ਵੀ ਸੋਝੀ ਨਾ ਰਹੀ ਕਿ ਇਹ ਮਾਇਆ ਦੀ ਜਿਹੜੀ ਮੌਜ ਹੈ, ਮਾਇਆ ਦੀ ਚਮਕ ਦਮਕ ਹੈ, ਇਹ ਥੋੜੇ ਸਮੇਂ ਲਈ ਹੈ, ਫਿੱਕੀ ਪੈ ਜਾਂਦੀ ਹੈ। ਪੁੱਤਰ ਕਲਤਰ ਨਾ ਸੰਗ ਧਣਾ ਹਰ ਅਵਨਾਸ਼ੀ ਓ। ਕਹਿੰਦੇ ਨਾ ਹੀ ਸੰਸਾਰ ਦੇ ਅੰਦਰ ਪੁੱਤਰ, ਨਾ ਹੀ ਪਤਨੀ, ਨਾ ਹੀ ਬੱਚੇ, ਨਾ ਪਰਿਵਾਰ, ਨਾ ਹੀ ਧਨ, ਕੋਈ ਵੀ ਚੀਜ਼ ਨਾਲ ਨਿਭਣ ਵਾਲੀ ਨਹੀਂ। ਇੱਕ ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾਂ ਕੋਈ ਵੀ ਵਸਤੂ ਨਾਲ ਨਿਭਣ ਵਾਲੀ ਨਹੀਂ ਹੈ। ਤੇ ਸੁਖਮਣੀ ਸਾਹਿਬ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਜਹਾਂ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰੇ ਸੰਗ ਸਹਾਈ। ਕਹਿੰਦੇ ਪਰ ਮਾਇਆ ਦੇ ਮੋਹ ਵਿੱਚ ਭੁੱਲੀ ਹੋਈ ਨੂੰ ਇਸ ਗੱਲ ਦਾ ਵੀ ਇਲਮ ਨਹੀਂ ਰਿਹਾ। ਇਸ ਕਰਕੇ ਹੁਣ ਜ਼ਿੰਦਗੀ ਜਿਹੜੀ ਹੈ ਬੜੀ ਖੱਜਲ ਖੁਆਰੀਆਂ ਵਾਲੀ ਹੈ। ਪਲਚ ਪਲਚ ਸਗਲੀ ਮੁਈ ਝੂਠੈ ਧੰਦੈ ਮੋਹ। ਕਹਿੰਦੇ ਰੋਜ਼ ਹੀ ਮਨੁੱਖ ਦੁਖੀ ਹੋ ਕੇ ਖੁਆਰ ਹੋ ਰਿਹਾ ਹੈ, ਮਰ ਰਿਹਾ ਹੈ। ਸਾਰੇ ਹੀ ਪਦਾਰਥਾਂ ਦੇ ਮੋਹ ਵਿੱਚ ਪਏ ਹੋਏ ਨੇ। ਹਰ ਇੱਕ ਚੀਜ਼ ਨੂੰ ਆਪਣਾ ਆਪਣਾ ਕਹਿ ਰਹੇ ਨੇ, ਆ ਵੀ ਮੇਰਾ, ਆ ਵੀ ਮੇਰਾ, ਆ ਵੀ ਮੇਰਾ ਏ। ਤੇ ਸਾਰੀ ਉਮਰ ਫਿਕਰ ਵੀ ਬਣਿਆ ਰਹਿੰਦਾ ਹੈ ਕਿ ਇਹ ਚੀਜ਼ ਮੇਰੀ ਹੈ, ਇਹਨੂੰ ਕੋਈ ਹੋਰ ਨਾ ਲੈ ਜਾਵੇ। ਕਹਿੰਦੇ ਇਸ ਮੋਹ ਦੇ ਅੰਦਰ ਸਾਰੀ ਲੁਕਾਈ ਜਿਹੜੀ ਹੈ ਉਹ ਖੁਆਰ ਹੋ ਕੇ ਮਰ ਰਹੀ ਹੈ। ਇੱਕ ਸਹਰ ਕੇ ਨਾਮ ਬਿਨ ਅੱਗੇ ਲਈਐ ਖੋ। ਪਰ ਕਹਿੰਦੇ ਨਾਮ ਤੋਂ ਬਿਨਾਂ, ਪਰਮੇਸ਼ਰ ਦੀ ਯਾਦ ਵਿੱਚ ਜੁੜਨ ਤੋਂ ਬਿਨਾਂ ਜਿੰਨੀਆਂ ਚੀਜ਼ਾਂ ਨੂੰ ਆਪਣਾ ਆਪਣਾ ਕਹਿ ਰਿਹਾ ਸੀ, ਕਹਿੰਦੇ ਕੋਈ ਵੀ ਚੀਜ਼ ਦਾ ਸਾਥ ਨਹੀਂ ਦੇਵੇਗੀ। ਇਹ ਸਾਰੀਆਂ ਚੀਜ਼ਾਂ ਇਸ ਸੰਸਾਰ ਤੱਕ ਹੀ ਸੀਮਤ ਨੇ, ਇਹਨਾਂ ਵਿੱਚੋਂ ਕੋਈ ਵੀ ਅੱਗੇ ਜਾਣ ਵਾਲੀ ਨਹੀਂ ਹੈ। ਦਈ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨਾ ਕੋਏ। ਕਹਿੰਦੇ ਗੱਲ ਪੱਕੀ ਮਨ ਵਿੱਚ ਵਸਾ ਲਈਏ ਕਿ ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ ਜਿਹੜਾ ਸਾਡੇ ਜਿੰਦ ਦਾ ਸਾਥੀ ਬਣੇ, ਜਿਹੜਾ ਸਾਡਾ ਅਸਲੀ ਸੱਜਣ ਬਣੇ, ਜਿਹੜਾ ਹਰ ਥਾਂ ਤੇ ਸਾਡੇ ਨਾਲ ਨਿਭੇ। ਹਰ ਇੱਕ ਚੀਜ਼ ਜਿਹੜੀ ਹੈ ਉਹ ਸਾਥ ਛੱਡ ਜਾਣ ਵਾਲੀ ਹੈ। ਤੇ ਜਿਨ੍ਹਾਂ ਨੇ ਉਸ ਮਾਲਕ ਨੂੰ ਹੀ ਛੱਡ ਦਿੱਤਾ, ਜਿੰਦ ਦੇ ਸਾਥੀ ਨੂੰ ਵਿਸਾਰ ਦਿੱਤਾ, ਕਹਿੰਦੇ ਉਹ ਫਿਰ ਖੁਆਰ ਹੀ ਹੁੰਦੇ ਨੇ, ਪਰੇਸ਼ਾਨ ਹੀ ਹੁੰਦੇ ਹਨ। ਪ੍ਰੀਤਮ ਚਰਨੀ ਜੋ ਲੱਗੇ ਤਿਨ ਕੀ ਨਿਰਮਲ ਸੋਏ। ਸੋਏ ਕਹਿੰਦੇ ਨੇ ਖਬਰ ਨੂੰ। ਕਹਿੰਦੇ ਜਿਨ੍ਹਾਂ ਜੀਵਾਂ ਨੇ ਆਪਣਾ ਚਿੱਤ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜ ਲਿਆ ਨਾ, ਸੰਸਾਰ ਦੇ ਵਿੱਚ ਉਹਨਾਂ ਦੀ ਸ਼ੋਭਾ ਹੁੰਦੀ ਹੈ, ਉਹਨਾਂ ਦੀ ਵਡਿਆਈ ਹੈ। ਲੋਕ ਉਹਨਾਂ ਦਾ ਜਸ ਕਰਦੇ ਹਨ, ਉਹਨਾਂ ਨੂੰ ਚੰਗਾ ਚੰਗਾ ਕਹਿੰਦੇ ਹਨ। ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ। ਤੇ ਗੁਰੂ ਨਾਨਕ ਸਾਹਿਬ ਜੀ ਪੰਜਵੇਂ ਸਰੂਪ ਦੇ ਅੰਦਰ ਇੱਥੇ ਬੇਨਤੀ ਕਰਦੇ ਨੇ, ਹੇ ਪ੍ਰਭੂ ਮੇਰੇ ਤੇ ਕਿਰਪਾ ਕਰ, ਮੈਨੂੰ ਵੀ ਆਪਣਾ ਮਿਲਾਪ ਬਖਸ਼, ਤਾਂ ਕਿ ਮੇਰਾ ਵੀ ਵਿਸਾਖ ਜਿਹੜਾ ਹੈ ਇਹ ਖੁਸ਼ੀਆਂ ਦੇ ਨਾਲ, ਸੁੱਖਾਂ ਦੇ ਨਾਲ ਬਤੀਤ ਹੋਵੇ।
ਮੈਂ ਵੀ ਪਦਾਰਥਾਂ ਦੇ ਮੋਹ ਵਿੱਚੋਂ ਬਾਹਰ ਨਿਕਲ ਸਕਾਂ। ਵੈਸਾਖ ਸੁਹਾਵਾ ਤਾਂ ਲੱਗੈ, ਜਾਂ ਸੰਤ ਭੇਟੈ ਹਰ ਸੋਏ। ਤੇ ਮਹਾਰਾਜ ਕਹਿੰਦੇ ਵਿਸਾਖ ਦਾ ਮਹੀਨਾ ਉਹਦੇ ਲਈ ਬੜਾ ਸੁਹਾਵਣਾ ਸ਼ੋਭਨੀਕ ਬਣ ਜਾਂਦਾ ਹੈ। ਜਿਹਨੂੰ ਗੁਰੂ ਮਿਲ ਪੈਂਦਾ ਹੈ, ਜਿਹਨੂੰ ਪੂਰਾ ਗੁਰੂ ਮਿਲ ਪਿਆ, ਉਹਨੂੰ ਜੀਵਨ ਦੀ ਜੁਗਤ ਗੁਰੂ ਨੇ ਦੇ ਦਿੱਤੀ। ਜਿਹਨੂੰ ਪੂਰਾ ਗੁਰੂ ਮਿਲ ਪਿਆ, ਗੁਰੂ ਨੇ ਰਹਿਮਤ ਕਰਕੇ ਉਹਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਉਸ ਮਨੁੱਖ ਨੂੰ ਦੇਵਤਾ ਬਣਾ ਦਿੱਤਾ। ਜਿਹਨੂੰ ਪੂਰਾ ਗੁਰੂ ਮਿਲ ਪਿਆ, ਉਹਨੂੰ ਫਿਰ ਭਟਕਣ ਦੀ ਲੋੜ ਨਹੀਂ। ਸਤਿਗੁਰੂ ਉਹਨੂੰ ਮਾਰਗ ਤੇ ਪਾ ਕੇ ਜੀਵਨ ਸਵਾਰ ਦਿੰਦੇ ਨੇ। ਉਹਦਾ ਜੀਵਨ ਜਿਹੜਾ ਆਨੰਦ ਵਾਲਾ, ਖੇੜੇ ਵਾਲਾ ਬਣ ਜਾਂਦਾ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਵਿਸਾਖ ਦੇ ਮਹੀਨੇ ਦੇ ਰਾਹੀਂ ਇਹ ਅਰਦਾਸ ਪਰਮੇਸ਼ਰ ਦੇ ਚਰਨਾਂ ਵਿੱਚ ਕਰ ਰਹੇ ਨੇ ਕਿ ਆਓ ਪਰਮੇਸ਼ਰ ਦੇ ਚਰਨਾਂ ਨਾਲ ਜੁੜੀਏ, ਗੁਰੂ ਦਾ ਉਪਦੇਸ਼ ਲੈ ਕੇ ਜ਼ਿੰਦਗੀ ਜੀਵੀਏ, ਤਾਂ ਤੇ ਸਾਡਾ ਵੀ ਵਿਸਾਖ ਦਾ ਮਹੀਨਾ ਸੁਖ ਆਨੰਦਮਈ ਬਤੀਤ ਹੋ ਸਕੇ। ਤੇ ਸਾਧ ਸੰਗਤ, ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਸੀ, ਵਿਸਾਖ ਦਾ ਮਹੀਨਾ ਸਿੱਖ ਧਰਮ ਦੇ ਵਿੱਚ ਬਹੁਤ ਵੱਡੇ ਮਹੱਤਵ ਵਾਲਾ ਮਹੀਨਾ ਹੈ। ਇੱਕ ਵਿਸਾਖ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਖਾਲਸੇ ਦੀ ਸਾਜਨਾ ਕੀਤੀ ਸੀ। ਦੁਨੀਆ ਤੇ ਬਹੁਤ ਕੌਮਾਂ ਨੇ, ਪਰ ਕਿਸੇ ਕੌਮ ਨੂੰ ਇਹ ਪਤਾ ਨਹੀਂ ਹੈ ਕਿ ਉਹਦਾ ਜਨਮ ਕਿਹੜੇ ਦਿਨ ਹੋਇਆ। ਬੜੀਆਂ ਕੌਮਾਂ ਨੇ ਸੰਸਾਰ ਤੇ, ਕਿਸੇ ਨੂੰ ਇਹ ਇਲਮ ਨਹੀਂ ਕਿ ਉਹਦਾ ਜਨਮ ਕਿਹੜੇ ਦਿਨ ਹੋਇਆ ਏ। ਪਰ ਸਾਧ ਸੰਗਤ, ਤੁਹਾਨੂੰ ਪਤਾ ਹੈ ਤੁਹਾਡਾ ਜਨਮ ਦਿਨ ਕਿਹੜੇ ਦਿਨ ਹੋਇਆ ਏ, ਤੁਸੀਂ ਕਿਹੜੇ ਦਿਨ ਪੈਦਾ ਹੋਏ ਹੋ, ਤੁਹਾਨੂੰ ਪਤਾ ਏ। ਖਾਲਸੇ ਦੀ ਸਾਜਨਾ ਸਨ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਸਤਿਗੁਰੂ ਪਾਤਸ਼ਾਹ ਨੇ ਕੀਤੀ। ਤੇ ਸਾਧ ਸੰਗਤ, ਜਦੋਂ ਖਾਲਸੇ ਦੀ ਸਾਜਨਾ ਹਜ਼ੂਰ ਨੇ ਕੀਤੀ ਨਾ, ਇੱਕ ਬੜਾ ਵਿਲੱਖਣ ਕਾਰਜ ਮਹਾਰਾਜ ਨੇ ਕੀਤਾ। ਬਹੁਤ ਵੱਡੀ ਤਾਦਾਦ ਦੇ ਅੰਦਰ ਸਿੱਖ ਸੰਗਤਾਂ ਨੂੰ ਆਨੰਦਪੁਰ ਸਾਹਿਬ ਪਹੁੰਚਣ ਵਾਸਤੇ ਮਹਾਰਾਜ ਨੇ ਹੁਕਮ ਕੀਤਾ। ਤੇ ਸਿੱਖ ਸੰਗਤਾਂ ਪਹਿਲਾਂ ਵੀ ਵਿਸਾਖੀ ਦੇ ਸਮੇਂ ਜੋੜ ਮੇਲੇ ਦੇ ਵਿੱਚ ਪਹੁੰਚਿਆ ਕਰਦੀਆਂ ਸਨ। ਕਿਉਂਕਿ ਜਦੋਂ ਇਤਿਹਾਸ ਪੜ੍ਹੀਏ ਨਾ, ਤੇ ਆਪਾਂ ਵਿਸਾਖੀ ਦੀ ਮਹਾਨਤਾ ਦੀ ਗੱਲ ਕਰ ਰਹੇ ਹਾਂ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਮੇਂ ਭਾਈ ਪਾਰੋ ਜੁਲਕਾ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਸਿੱਖ ਬੜੀ ਦੂਰੋਂ ਦੂਰੋਂ ਚੱਲ ਕੇ ਤੁਹਾਡੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ। ਸਿੱਖ ਆ ਕੇ ਗੁਰੂ ਨੂੰ ਮਿਲਦੇ ਨੇ ਤੇ ਚਲੇ ਜਾਂਦੇ ਨੇ। ਜਿਵੇਂ ਜਿਵੇਂ ਸਮਾਂ ਬਣਦਾ, ਸਿੱਖ ਆਉਂਦੇ ਗੁਰੂ ਕੇ ਦਰਸ਼ਨ ਕਰਕੇ ਚਲੇ ਜਾਂਦੇ ਨੇ। ਸਿੱਖਾਂ ਦਾ ਗੁਰੂ ਨਾਲ ਤਾਂ ਮੇਲ ਹੋ ਰਿਹਾ, ਪਰ ਸਿੱਖ ਦਾ ਸਿੱਖ ਨਾਲ ਮੇਲ ਨਹੀਂ ਹੋ ਰਿਹਾ। ਇਸ ਕਰਕੇ ਕਿਰਪਾ ਕਰੋ, ਕੋਈ ਐਸਾ ਪ੍ਰੋਗਰਾਮ ਆਪਾਂ ਬਣਾਈਏ ਜਦੋਂ ਸਿੱਖ ਵੀ ਸਿੱਖ ਨੂੰ ਆ ਕੇ ਮਿਲ ਸਕੇ। ਤੇ ਸਤਿਗੁਰੂ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਫਿਰ ਵਿਸਾਖੀ ਦਾ ਜੋੜ ਮੇਲਾ ਮਨਾਉਣ ਵਾਸਤੇ ਸਤਿਗੁਰੂ ਪਾਤਸ਼ਾਹ ਨੇ ਇਹ ਦਿਨ ਨਿਸ਼ਚਿਤ ਕੀਤਾ ਕਿ ਵਿਸਾਖੀ ਵਾਲੇ ਦਿਨ ਜੋੜ ਮੇਲਾ ਹੋਇਆ ਕਰੇਗਾ। ਤੇ ਵਿਸਾਖ ਦੇ ਮਹੀਨੇ ਮੇਲੇ ਬਹੁਤ ਲੱਗਦੇ ਨੇ। ਮੇਲਿਆਂ ਦੇ ਵਿੱਚ ਲੋਕ ਜਾਂਦੇ ਨੇ, ਕੇਵਲ ਮੇਲਾ ਵੇਖ ਕੇ ਮੁੜ ਆਉਂਦੇ ਨੇ, ਪਰ ਗੁਰੂ ਦੇ ਘਰ ਮੇਲਾ ਨਹੀਂ ਹੈ, ਇੱਥੇ ਜੋੜ ਮੇਲਾ ਏ। ਇੱਥੇ ਅਸੀਂ ਆ ਕੇ ਗੁਰਸਿੱਖਾਂ ਨੂੰ ਮਿਲਣਾ ਵੀ ਹੈ ਤੇ ਗੁਰੂ ਦੇ ਚਰਨਾਂ ਦੇ ਨਾਲ ਵੀ ਜੁੜਨਾ ਹੈ। ਇਹ ਫਰਕ ਹੈ ਜੋੜ ਮੇਲੇ ਦਾ। ਸੋ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਜੋੜ ਮੇਲਾ ਸ਼ੁਰੂ ਕਰਵਾਇਆ। ਸੰਗਤਾਂ ਹਰ ਸਾਲ ਵਿਸਾਖੀ ਦੇ ਦਿਨ ਬਹੁਤ ਵੱਡੇ ਪੱਧਰ ਤੇ ਗੁਰੂ ਘਰ ਦੇ ਵਿੱਚ ਇਕੱਤਰ ਹੁੰਦੀਆਂ। ਗੁਰਸਿੱਖਾਂ ਦਾ ਆਪਸ ਵਿੱਚ ਮੇਲ ਹੁੰਦਾ ਤੇ ਗੁਰੂ ਕੇ ਉਪਦੇਸ਼ ਸੰਗਤਾਂ ਬਹਿ ਕੇ ਸੁਣਦੀਆਂ। ਇਸੇ ਤਰ੍ਹਾਂ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਬਾਉਲੀ ਦਾ ਨਿਰਮਾਣ ਕਰਵਾਇਆ ਤੇ ਭਾਈ ਮਾਨਕ ਚੰਦ ਨੇ ਬਾਉਲੀ ਦਾ ਕੜ ਤੋੜਿਆ ਸੀ, ਉਸ ਦਿਨ ਵੀ ਵਿਸਾਖੀ ਦਾ ਦਿਹਾੜਾ ਸੀ। ਇਸੇ ਪ੍ਰਕਾਰ
ਗੁਰੂ ਨਾਨਕ ਸਾਹਿਬ ਮਹਾਰਾਜ ਵੀ ਜਦੋਂ ਹਰਿਦੁਆਰ ਦੀ ਧਰਤੀ ਤੇ ਪਹੁੰਚਦੇ ਉਪਦੇਸ਼ ਦੇਣ ਲਈ, ਉਹ ਵੀ ਵਿਸਾਖੀ ਵਾਲਾ ਦਿਨ ਸੀ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਵੀ ਇਤਿਹਾਸਕਾਰ ਕਹਿੰਦੇ ਵਿਸਾਖੀ ਵਾਲੇ ਦਿਨ ਹੋਇਆ। ਇਸੇ ਤਰ੍ਹਾਂ ਵਿਸਾਖੀ ਦਾ ਜਿਹੜਾ ਬਹੁਤ ਵੱਡਾ ਮਹੱਤਵ, ਤੇ ਉਸ ਵੇਲੇ ਕਲਗੀਧਰ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਿੱਖ ਸੰਗਤਾਂ ਨੂੰ ਉਚੇਚੇ ਤੌਰ ਤੇ ਇਕੱਠੇ ਹੋਣ ਦਾ ਹੁਕਮ ਕੀਤਾ। ਹਜੂਰ ਦਾ ਹੁਕਮ ਪਾ ਕੇ ਬਹੁਤ ਵੱਡੀ ਤਾਦਾਦ ਵਿੱਚ ਸੰਗਤਾਂ ਇਕੱਠੀਆਂ ਹੋਈਆਂ ਨੇ। ਬਹੁਤ ਵੱਡਾ ਪੰਡਾਲ ਲੱਗਿਆ ਹੋਇਆ ਹੈ, ਬਹੁਤ ਵੱਡੀ ਇੱਕ ਸਟੇਜ ਬਣੀ ਹੋਈ ਹੈ। ਸਟੇਜ ਦੇ ਇੱਕ ਨੁੱਕਰ ਦੇ ਵਿੱਚ ਇੱਕ ਤੰਬੂ ਲੱਗਾ ਹੋਇਆ ਹੈ, ਤੇ ਇਸ ਪੰਡਾਲ ਦੇ ਅੰਦਰ ਗੁਰਬਾਣੀ ਦੀਆਂ ਇਹ ਪੰਕਤੀਆਂ ਦੇ ਮਾਟੋ ਜਿਹੜੇ ਨੇ ਲਿਖੇ ਹੋਏ ਨੇ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਨਕਾ ਤੋ ਆਓ ਹਮਾਰੇ ਪਾਸ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਬਹੁਤ ਵੱਡਾ ਇਕੱਠ ਤੇ ਸਾਧ ਸੰਗਤ ਉਸ ਦੀਵਾਨ ਦੇ ਅੰਦਰ ਆਸਾ ਕੀ ਵਾਰ ਦੇ ਭੋਗ ਪੈਣ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਤੰਬੂ ਦੇ ਵਿੱਚੋਂ ਨਿਕਲ ਕੇ ਪੰਡਾਲ ਦੇ ਵਿੱਚ ਸਟੇਜ ਤੇ ਆਉਂਦੇ ਨੇ। ਤੇ ਸਤਿਗੁਰੂ ਪਾਤਸ਼ਾਹ ਦੇ ਚਿਹਰੇ ਤੇ ਨੂਰ ਵੇਖ ਕੇ ਦਰਸ਼ਨ ਕਰਕੇ ਸੰਗਤਾਂ ਬਲਿਹਾਰ ਜਾ ਰਹੀਆਂ ਨੇ। ਸਤਿਗੁਰੂ ਜੀ ਰਸਨਾ ਤੋਂ ਕੀ ਬੋਲ ਬੋਲਦੇ ਨੇ, ਕੀ ਉਚਾਰਨ ਕਰਦੇ ਨੇ, ਹਰ ਇੱਕ ਸੁਣਨ ਵਾਲਾ ਉਤਾਵਲਾ ਸੀ। ਤੇ ਸੱਚੇ ਪਾਤਸ਼ਾਹ ਜੀ ਨੇ ਕੁਝ ਬੋਲਣ ਤੋਂ ਪਹਿਲਾਂ ਆਪਣੀ ਕਿਰਪਾਨ ਜਿਹੜੀ ਮਿਆਨ ਵਿੱਚੋਂ ਬਾਹਰ ਕੱਢ ਕੇ ਸੰਗਤਾਂ ਦੇ ਸਾਹਮਣੇ ਕਿਰਪਾਨ ਕਰਕੇ ਆਖਿਆ, ਭਾਈ ਇੱਕ ਸੀਸ ਦੀ ਮੰਗ ਹੈ, ਉੱਠੋ ਕੋਈ ਪਿਆਰਾ ਗੁਰੂ ਦਾ ਆ ਕੇ ਸੀਸ ਭੇਟ ਕਰੋ। ਤੇ ਸਾਧ ਸੰਗਤ ਪੰਡਾਲ ਵਿੱਚ ਬੈਠੇ ਲੋਕ ਮਹਾਰਾਜ ਦੀ ਇਸ ਮੰਗ ਨੂੰ ਵੇਖ ਕੇ, ਵਿਲੱਖਣ ਮੰਗ ਨੂੰ ਵੇਖ ਕੇ ਕੁਝ ਹੈਰਾਨ ਵੀ ਹੋਏ ਕਿ ਮਹਾਰਾਜ ਨੇ ਅੱਜ ਸੀਸ ਦੀ ਮੰਗ ਕੀਤੀ ਹੈ। ਤੇ ਸਾਧ ਸੰਗਤ ਅਸਲ ਦੇ ਵਿੱਚ ਜਿਹੜਾ ਪਾਠ ਗੁਰੂ ਨਾਨਕ ਸਾਹਿਬ ਨੇ ਪੜ੍ਹਾਇਆ ਸੀ, ਅੱਜ ਉਹ ਪਰਚਾ ਪਾਇਆ ਸੱਚੇ ਪਾਤਸ਼ਾਹ ਨੇ। ਅੱਜ ਉਹ ਪੇਪਰ ਲਿਆ ਮਹਾਰਾਜ ਨੇ ਕਿ ਤੁਸੀਂ ਲੰਬੇ ਸਮੇਂ ਤੋਂ ਇਹ ਪਾਠ ਪੜ੍ਹਦੇ ਆ ਰਹੇ ਹੋ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਨਕਾ ਤੋ ਆਓ ਹਮਾਰੇ ਪਾਸ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਅੱਜ ਸੱਚੇ ਪਾਤਸ਼ਾਹ ਨੇ ਪਰਚਾ ਲਿਆ ਤੇ ਸਾਧ ਸੰਗਤ ਹਜੂਰ ਦੀ ਇਸ ਮੰਗ ਨੂੰ ਪੂਰੀਆਂ ਕਰਦਿਆਂ ਹੋਇਆਂ ਵਾਰ-ਵਾਰ ਉਹਨਾਂ ਨੂੰ ਪਿਆਰਿਆਂ ਦਾ ਖਿਤਾਬ ਦੇ ਕੇ ਨਵਾਜਿਆ। ਗੁਰੂ ਪਾਤਸ਼ਾਹ ਜੀ ਨੇ ਪਿਆਰਾ ਸ਼ਬਦ ਆਪਣੇ ਪੁੱਤਰਾਂ ਵਾਸਤੇ ਨਹੀਂ ਵਰਤਿਆ, ਆਪਣੇ ਰਿਸ਼ਤੇਦਾਰਾਂ ਲਈ ਨਹੀਂ ਵਰਤਿਆ, ਹੋਰ ਸਕੇ ਸੰਬੰਧੀਆਂ ਲਈ ਨਹੀਂ ਵਰਤਿਆ। ਜੇ ਪਿਆਰਾ ਸ਼ਬਦ ਵਰਤਿਆ ਤਾਂ ਉਹਨਾਂ ਗੁਰਸਿੱਖਾਂ ਲਈ ਵਰਤਿਆ ਏ, ਜਿਨ੍ਹਾਂ ਨੇ ਸੀਸ ਭੇਟ ਕਰਕੇ ਸੱਚੇ ਪਾਤਸ਼ਾਹ ਜੀ ਨੂੰ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਸੱਚੇ ਪਾਤਸ਼ਾਹ ਨੇ ਇਹਨਾਂ 5 ਸਿੱਖਾਂ ਨੂੰ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਇਹਨਾਂ ਨੂੰ ਸਿੰਘ ਸਜਾਇਆ, ਨਾਮ ਦੇ ਪਿੱਛੇ ਸਿੰਘ ਲਾਇਆ। ਇਹਨਾਂ 5 ਪਿਆਰਿਆਂ ਦੇ ਅੰਦਰ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਸ਼ਾਮਲ ਸਨ। ਸਤਿਗੁਰੂ ਪਾਤਸ਼ਾਹ ਨੇ ਇਹਨਾਂ ਨੂੰ ਪਿਆਰਿਆਂ ਦਾ ਖਿਤਾਬ ਦਿੱਤਾ। ਤੇ ਵਿਲੱਖਣ ਗੱਲ ਉਸ ਵੇਲੇ ਹੋਈ ਜਦੋਂ ਸੱਚੇ ਪਾਤਸ਼ਾਹ ਨੇ ਇਹਨਾਂ 5 ਦੇ ਕੋਲੋਂ ਅੰਮ੍ਰਿਤ ਦੀ ਮੰਗ ਕੀਤੀ। ਆਖਿਆ ਕਿ ਮੈਨੂੰ ਵੀ ਅੱਜ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਬਖਸ਼ ਕੇ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ। ਤੇ ਸਾਧ ਸੰਗਤ ਇਤਿਹਾਸਕਾਰ ਕਹਿੰਦੇ ਨੇ ਇਹਨਾਂ 5 ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਆਪਣੇ ਸੀਸ ਭੇਟ ਕੀਤੇ ਨੇ ਤੇ ਤਾਂ ਇਹ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਮਿਲੀ ਹੈ। ਅਸੀਂ ਸਿੱਖ ਹਾਂ ਤੇ ਮਹਾਰਾਜ ਤੁਸੀਂ ਸਾਡੇ ਗੁਰੂ ਹੋ। ਸਿੱਖਾਂ ਨੇ ਸੀਸ ਭੇਟ ਕੀਤੇ ਨੇ ਇਹ ਦਾਤ ਲੈਣ ਵਾਸਤੇ ਤੇ ਤੁਸੀਂ ਗੁਰੂ ਹੋ, ਮਹਾਰਾਜ ਤੁਸੀਂ ਕੀ ਭੇਟ ਕਰੋਗੇ? ਤੇ ਸਤਿਗੁਰੂ ਪਾਤਸ਼ਾਹ ਨੇ ਆਖਿਆ ਸੀ ਮੈਂ ਸਾਰਾ ਸਰਬੰਸ ਭੇਟ ਕਰ ਦਿਆਂਗਾ,
ਤੇ ਸਤਿਗੁਰੂ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੌਲ ਲੈ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜੇ ਮਹਾਰਾਜ ਅੱਜ ਦੇ ਦਿਹਾੜੇ। ਤੇ ਇਸੇ ਕਰਕੇ ਭਾਈ ਗੁਰਦਾਸ ਜੀ ਦੂਜੇ ਉਹ ਲਿਖਦੇ ਨੇ, ਪੀਵੋ ਪੌਲ ਖੰਡ ਧਾਰ ਹੋਏ ਜਨਮ ਸੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸਤਿਗੁਰੂ ਪਾਤਸ਼ਾਹ ਨੇ ਉਸ ਤੋਂ ਬਾਅਦ ਫਿਰ ਮਰਿਆਦਾ ਦ੍ਰਿੜ ਕਰਾਈ। ਤੇ ਸਾਧ ਸੰਗਤ ਬਾਣੀ ਦੇ ਅੰਦਰ ਵੀ ਆਪਾਂ ਪੜ੍ਹਦੇ ਹਾਂ ਕਿ ਗੁਰੂ ਕਾ ਸਿੱਖ ਉਹੀ ਹੈ ਜਿਹੜਾ ਗੁਰੂ ਕੇ ਭਾਣੇ ਵਿੱਚ ਰਹਿੰਦਾ ਹੈ। ਜਿਹੜਾ ਭਾਣੇ ਵਿੱਚ ਨਹੀਂ ਰਹਿੰਦਾ ਉਹ ਗੁਰੂ ਕਾ ਸਿੱਖ ਨਹੀਂ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਹਜੂਰ ਨੇ ਆਖਿਆ ਤੁਸੀਂ ਮੇਰੇ ਪਿਆਰੇ ਹੋ ਗੁਰਸਿੱਖੋ, ਤੁਸੀਂ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਧਿਆਨ ਰੱਖਿਓ, ਅੱਜ ਤੋਂ ਬਾਅਦ ਕਿਸੇ ਨੇ ਕੇਸ ਕਤਲ ਨਹੀਂ ਕਰਾਉਣੇ। ਅੱਜ ਤੋਂ ਬਾਅਦ ਕਿਸੇ ਨੇ ਪਰ ਇਸਤਰੀ ਪਰ ਪੁਰਸ਼ ਦਾ ਸੰਗ ਨਹੀਂ ਕਰਨਾ। ਅੱਜ ਤੋਂ ਬਾਅਦ ਕਿਸੇ ਨੇ ਨਸ਼ਾ ਨਹੀਂ ਵਰਤਣਾ। ਅੱਜ ਤੋਂ ਬਾਅਦ ਕਿਸੇ ਨੇ ਕੁੱਠਾ ਮਾਸ ਨਹੀਂ ਖਾਣਾ। ਇਹ 4 ਬੱਜਰ ਕੁਰੈਤਾਂ ਹਜੂਰ ਨੇ ਦ੍ਰਿੜ ਕਰਾਈਆਂ ਨੇ ਕਿ ਇਹਨਾਂ ਦਾ ਪੂਰਨ ਤੌਰ ਤੇ ਧਿਆਨ ਰੱਖਣਾ ਹੈ। ਜਿਹੜਾ ਕੇਸ ਕਤਲ ਕਰਾਵੇਗਾ, ਪਰ ਇਸਤਰੀ ਪਰ ਪੁਰਸ਼ ਦਾ ਸੰਗ ਕਰੇਗਾ, ਕੁੱਠਾ ਮਾਸ ਖਾਏਗਾ, ਨਸ਼ਾ ਵਰਤੇਗਾ, ਤੰਬਾਕੂ ਵਰਤੇਗਾ, ਉਹ ਪਤਤ ਹੋ ਜਾਏਗਾ, ਸਿੱਖੀ ਵਿੱਚੋਂ ਖਾਰਜ ਹੋ ਜਾਏਗਾ। ਇਹਦੇ ਨਾਲ ਨਾਲ ਸਤਿਗੁਰੂ ਜੀ ਨੇ 5 ਕਕਾਰਾਂ ਦੀ ਬਖਸ਼ਿਸ਼ ਕੀਤੀ ਹੈ। ਕੇਸ, ਕੰਘਾ, ਕੜਾ, ਕਿਰਪਾਨ ਤੇ ਕਛਹਿਰਾ। ਇਹ 5 ਕਕਾਰ ਸਤਿਗੁਰੂ ਪਾਤਸ਼ਾਹ ਨੇ ਖਾਲਸੇ ਨੂੰ ਬਖਸ਼ਿਸ਼ ਕੀਤੇ ਤੇ ਖਾਲਸੇ ਦਾ ਇਹੋ ਜਿਹਾ ਰੂਪ ਬਣਾ ਦਿੱਤਾ ਸੱਚੇ ਪਾਤਸ਼ਾਹ ਜੀ ਨੇ ਕਿ ਲੱਖਾਂ ਦੇ ਵਿੱਚ ਵੀ ਖੜਾ ਹੋਵੇ ਇਹਦੀ ਵੱਖਰੀ ਪਹਿਚਾਣ ਹੁੰਦੀ ਹੈ। ਤੇ ਸਾਧ ਸੰਗਤ ਇਸੇ ਅੰਮ੍ਰਿਤ ਦੀ ਬਰਕਤ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ 14 ਜੰਗਾਂ ਜਿਹੜੀਆਂ ਲੜੀਆਂ ਤੇ 14 ਜੰਗਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ। ਤੇ ਨਾਲ ਇਹ ਬਚਨ ਵੀ ਆਖੇ ਕਿ ਖਾਲਸਾ ਮੇਰਾ ਖਾਸ ਰੂਪ ਹੈ, ਮੇਰਾ ਨਿਵਾਸ ਖਾਲਸੇ ਦੇ ਵਿੱਚ ਹੈ। ਮੇਰਾ ਨਿਵਾਸ ਖਾਲਸੇ ਦੇ ਵਿੱਚ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸਾ ਖਾਸ ਕਹਾਵੇ ਸੋਈ, ਜਾ ਕੇ ਹਿਰਦੈ ਭਰਮ ਨਾ ਹੋਈ। ਭਰਮ ਪੇਖਤੇ ਰਹੇ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਾਬੇ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਤੋ ਸਾਧ ਸੰਗਤ ਖਾਲਸਾ ਸ਼ਬਦ ਜਿਹੜਾ ਹੈ ਨਾ, ਇਹ ਅਰਬੀ ਭਾਸ਼ਾ ਦਾ ਸ਼ਬਦ ਹੈ। ਇਹਦਾ ਭਾਵ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ, ਜਿਹੜਾ ਬਿਲਕੁਲ ਪਿਓਰ ਤੇ ਸ਼ੁੱਧ ਹੈ। ਤੇ ਖਾਲਸਾ ਉਸ ਜ਼ਮੀਨ ਨੂੰ ਵੀ ਕਹਿੰਦੇ ਨੇ ਜਿਹਦਾ ਸੰਬੰਧ ਸਿੱਧਾ ਰਾਜੇ ਨਾਲ ਹੋਵੇ, ਜਿਹਦੇ ਵਿੱਚ ਹੋਰ ਕੋਈ ਵਿਚੋਲਾ ਨਾ ਹੋਵੇ। ਤੇ ਸਤਿਗੁਰੂ ਨੇ ਆਖਿਆ ਖਾਲਸਾ ਇਹਦਾ ਸਿੱਧਾ ਸੰਬੰਧ ਪਰਮੇਸ਼ਰ ਦੇ ਨਾਲ ਸਤਿਗੁਰੂ ਨੇ ਜੋੜ ਦਿੱਤਾ। ਰਾਹ ਦੇ ਵਿੱਚ ਕੋਈ ਵਿਚੋਲਾ ਨਹੀਂ ਰੱਖਿਆ ਤੇ ਹੁਕਮ ਕੀਤਾ, ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨਹਿਕ ਨ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨ ਏਕ ਪਛਾਨੈ। ਸਤਿਗੁਰੂ ਪਾਤਸ਼ਾਹ ਨੇ ਮਰਿਆਦਾ ਦ੍ਰਿੜ ਕਰਾਈ। ਆਖਿਆ ਮੇਰਾ ਸਿੱਖ ਭੁੱਲ ਕੇ ਵੀ ਵਰਤ ਨਹੀਂ ਰੱਖੇਗਾ। ਮੇਰਾ ਸਿੱਖ ਭੁੱਲ ਕੇ ਵੀ ਮੜੀਆਂ ਮਸਾਣਾ ਕਬਰਾਂ ਤੇ ਜਾ ਕੇ ਮੱਥਾ ਨਹੀਂ ਟੇਕੇਗਾ। ਮੇਰਾ ਸਿੱਖ ਦੇ ਧਾਰੀਆਂ ਨੂੰ ਗੁਰੂ ਨਹੀਂ ਮੰਨੇਗਾ। ਮੇਰਾ ਸਿੱਖ ਭੁੱਲ ਕੇ ਵੀ ਮਨ ਮਤ ਵਾਲੇ ਪਾਸੇ ਨਹੀਂ ਜਾਏਗਾ। ਤੇ ਸਤਿਗੁਰੂ ਪਾਤਸ਼ਾਹ ਨੇ ਇਹ ਮਰਿਆਦਾ ਦ੍ਰਿੜ ਕਰਾਈ ਕਿ ਮੇਰਾ ਸਿੱਖ ਇੱਕ ਅਕਾਲ ਪੁਰਖ ਨੂੰ ਮੰਨਣ ਵਾਲਾ, ਉਹਦੇ ਭਾਣੇ ਵਿੱਚ ਰਹਿਣ ਵਾਲਾ ਏ। ਜਦੋਂ ਤੱਕ ਇਹ ਭਾਣੇ ਵਿੱਚ ਰਹੇਗਾ, ਮੇਰਾ ਸਾਰਾ ਤੇਜ ਪ੍ਰਤਾਪ ਖਾਲਸੇ ਦੇ ਨਾਲ ਹੈ। ਤੇ ਸਾਧ ਸੰਗਤ ਸਤਿਗੁਰੂ ਸਦਾ ਖਾਲਸੇ ਦੇ ਅੰਗ ਸੰਗ ਵਰਤਦੇ ਨੇ। 14 ਜੰਗਾਂ ਦੇ ਵਿੱਚ ਸਤਿਗੁਰੂ ਨੇ ਜਿੱਤ ਪ੍ਰਾਪਤ ਕੀਤੀ ਤੇ ਇਹੋ ਜਿਹਾ ਇਤਿਹਾਸ ਸਿਰਜਿਆ ਗੁਰੂ ਕੇ ਅੰਮ੍ਰਿਤਧਾਰੀ ਸਿੰਘਾਂ ਨੇ, ਜਿਹਦੀ ਕਿਧਰੇ ਮਿਸਾਲ ਨਹੀਂ ਮਿਲਦੀ। ਅੱਜ ਬਹੁਤ ਜ਼ਿਆਦਾ ਸਾਨੂੰ ਪ੍ਰਚਾਰ ਕਰਕੇ
ਇਹ ਬੇਨਤੀ ਕਰਨੀ ਪੈਂਦੀ ਕਿ ਆਓ ਭਾਈ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਵਾਲੇ ਬਣੀਏ। ਪਰ ਫਿਰ ਵੀ ਸਾਡਾ ਰੁਝਾਨ ਨਹੀਂ ਹੈ, ਸਾਡਾ ਦਰ ਧਿਆਨ ਨਹੀਂ ਹੈ। ਸਾਡੀ ਹਾਲਤ ਉਹ ਬਣੀ ਹੋਈ ਜਿਹਦਾ ਜ਼ਿਕਰ ਮਹਾਰਾਜ ਨੇ ਬਾਣੀ ਵਿੱਚ ਕੀਤਾ ਹੈ ਕਿ ਅਸੀਂ ਅੰਮ੍ਰਿਤ ਨੂੰ ਤਜ ਕੇ ਤੇ ਬਿਖ ਦੇ ਜ਼ਹਿਰ ਦੇ ਫੱਕੇ ਮਾਰ ਰਹੇ ਹਾਂ। ਅੰਮ੍ਰਿਤ ਕੌੜਾ ਵਿਖਿਆ ਮਿੱਠੀ ਵਾਲੀ ਗੱਲ ਸਾਡੀ ਬਣੀ ਹੋਈ ਹੈ। ਗੁਰੂ ਸਾਹਿਬ ਕਿਰਪਾ ਕਰਨ, ਅਸੀਂ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਕੇ ਪੁੱਤਰ ਧੀਆਂ ਹੋਣ ਦਾ ਮਾਣ ਪ੍ਰਾਪਤ ਕਰੀਏ। ਖਾਲਸਾ ਅਕਾਲ ਪੁਰਖ ਦੀ ਫੌਜ ਦੇ ਮੈਂਬਰ ਬਣੀਏ ਤੇ ਗੁਰੂ ਦੀ ਖੁਸ਼ੀ ਸਾਨੂੰ ਮਿਲੇਗੀ। ਇੱਕ ਕਵੀ ਦੇ ਬੜੇ ਪਿਆਰੇ ਬੋਲ, ਕਰਨ ਵਾਸਤੇ ਗੁਰੂ ਦੇ ਰੋਜ਼ ਦਰਸ਼ਨ, ਗੁਰੂ ਘਰ 'ਚ ਆਏ ਮੈਂ ਜਾਣਦਾ ਹਾਂ। ਬੜੀ ਸ਼ਰਧਾ ਸਤਿਕਾਰ ਤੇ ਪ੍ਰੇਮ ਦੇ ਨਾਲ ਆ ਕੇ ਸੀਸ ਝੁਕਾਏ ਮੈਂ ਜਾਣਦਾ ਹਾਂ। ਦਸਾਂ ਨੌਹਾਂ ਦੀ ਕੀਤੀ ਕਮਾਈ ਵਿੱਚੋਂ ਮਾਇਆ ਗੋਲਕ 'ਚ ਪਾਏ ਮੈਂ ਜਾਣਦਾ ਹਾਂ। ਗੁਰੂ ਘਰ ਦੇ ਗੁੰਬਦ ਲਿਸ਼ਕਾਉਣ ਦੇ ਲਈ ਬੜਾ ਸੋਹਣਾ ਚੜਾਏ ਮੈਂ ਜਾਣਦਾ ਹਾਂ। ਇਹ ਮੈਂ ਜਾਣਦਾ ਹਾਂ ਸੇਵਾ ਦੇ ਪਿੜ ਅੰਦਰ, ਸੇਵਾ ਕਰਦਿਆਂ ਅੱਕਿਆ ਥੱਕਿਆ ਨਹੀਂ। ਪਰ ਫਿਰ ਵੀ ਸਿੰਘ ਕਹਾਉਣ ਦਾ ਹੱਕ ਨਹੀਂ ਜੇ ਤੂੰ ਪੌਲ ਖੰਡੇ ਦਾ ਛਕਿਆ ਨਹੀਂ। ਤੇ ਕਈ ਵਾਰ ਅਸੀਂ ਕਹਿੰਦੇ ਜੀ ਅਸੀਂ ਤੇ ਬਾਣੀ ਬਹੁਤ ਪੜ੍ਹਦੇ, ਗੁਰੂ ਦੇ ਬਹੁਤ ਨੇੜੇ ਰਹਿੰਦੇ ਹਾਂ ਕਿ ਫਿਰ ਵੀ ਸਾਨੂੰ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਲੈਣੀ ਚਾਹੀਦੀ ਹੈ। ਸਾਧ ਸੰਗਤ ਇਤਿਹਾਸ ਪੜ੍ਹ ਕੇ ਵੇਖਿਓ, ਭਾਵੇਂ ਗੁਰੂ ਦੇ ਨੇੜੇ ਸੀ ਬਹੁਤ ਰਹਿੰਦਾ, ਦੁਨੀ ਚੰਦੋ ਵਠੰਦ ਉਦੋਂ ਬੇਅਮਰਤੀਆ ਸੀ ਲੋੜ ਪੈਣ ਉੱਤੇ ਗਿਆ ਕਲੇ ਦੀ ਟੱਪ ਕੇ ਕੰਧ ਉਦੋਂ। ਅੰਮ੍ਰਿਤਧਾਰੀ ਬਚਿੱਤਰ ਸਿੰਘ ਸੀ ਜੋ ਸੀ ਗੁਰੂ ਨੂੰ ਬੜਾ ਪਸੰਦ ਉਦੋਂ। ਚੀਰਿਆ ਮਸਤ ਹਾਥੀ ਦਾ ਜਦੋਂ ਮੱਥਾ, ਦੁਨੀ ਚੰਦ ਮਸੰਦ ਦੀ ਰੀਸ ਕਰ ਗਏ ਜਿਨ੍ਹਾਂ ਖੰਡੇ ਦੇ ਪੌਲ ਨੂੰ ਛਕਿਆ ਨਹੀਂ। ਅੰਮ੍ਰਿਤਧਾਰੀ ਤੇ ਪਰਬਤ ਚੀਰ ਗਏ ਨੇ, ਪਿੱਛੇ ਪਰਤ ਕੇ ਉਹਨਾਂ ਤੱਕਿਆ ਨਹੀਂ। ਦੁਨੀ ਚੰਦ ਮਸੰਦ ਦੀ ਰੀਸ ਕਰ ਗਏ ਜਿਨ੍ਹਾਂ ਖੰਡੇ ਦੇ ਪੌਲ ਨੂੰ ਛਕਿਆ ਨਹੀਂ। ਸਾਧ ਸੰਗਤ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੰਘ ਸਵਾ ਲੱਖ ਦਾ ਮੁਕਾਬਲਾ ਕਰਦੇ ਰਹੇ। ਚਮਕੌਰ ਦਾ ਜੰਗ ਇਸ ਗੱਲ ਦੀ ਗਵਾਹੀ ਭਰਦਾ ਹੈ। ਪਰ ਕਈਆਂ ਨੂੰ ਇਸ ਗੱਲ ਦਾ ਇਲਮ ਨਹੀਂ ਸੀ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚੇ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਸੱਚੇ ਪਾਤਸ਼ਾਹ ਨੇ ਸੁਣਾਈ ਨਾ, ਤੇ ਇੱਥੋਂ ਦਾ ਚੌਧਰੀ ਡੱਲਾ, ਉਹਨੂੰ ਆਪਣੇ ਸੂਰਮਿਆਂ ਤੇ ਬੜਾ ਮਾਣ ਸੀ। ਕਹਿੰਦਾ ਮਹਾਰਾਜ ਤੁਸੀਂ ਆਪਣੇ ਪੁੱਤ ਸ਼ਹੀਦ ਕਰਵਾ ਲਏ, ਕਿਤੇ ਮੈਨੂੰ ਯਾਦ ਕਰਦੇ, ਮੈਂ ਆਪਣੀ ਫੌਜ ਲੈ ਕੇ ਚਮਕੌਰ ਦੀ ਗੜੀ ਵਿੱਚ ਆ ਜਾਂਦਾ ਤੇ ਤੁਹਾਡੇ ਪੁੱਤ ਸ਼ਹੀਦ ਨਹੀਂ ਸਨ ਹੋਣੇ। ਤੇ ਸਤਿਗੁਰੂ ਪਾਤਸ਼ਾਹ ਸੁਣਦੇ ਰਹੇ ਡੱਲੇ ਦੀਆਂ ਗੱਲਾਂ ਨੂੰ। ਡੱਲੇ ਕਿਹਾ ਬੜੇ ਹੰਕਾਰ ਅੰਦਰ, ਮੇਰੇ ਸੂਰਮੇ ਬੜੇ ਮੂੰਹ ਜ਼ੋਰ ਦਾਤਾ, ਲੱਖਾਂ ਝੱਖੜ ਤੂਫਾਨਾਂ ਦੇ ਮੂੰਹ ਮੁੜ ਗਏ। ਵੇਖ ਵੇਖ ਕੇ ਇਹਨਾਂ ਦੀ ਤੋਰ ਦਾਤਾ, ਮੌਤ ਇਹਨਾਂ ਨੂੰ ਵੇਖ ਕੇ ਕਰੇ ਸਜਦੇ। ਕਰਾਂ ਸਿਫਤ ਕੀ ਇਹਨਾਂ ਦੀ ਹੋਰ ਦਾਤਾ, ਤੇਰੇ ਲਾਲ ਸ਼ਹੀਦ ਨਾ ਹੋਣ ਦਿੰਦੇ ਜੇਕਰ ਹੁੰਦੇ ਵਿੱਚ ਚਮਕੌਰ ਦਾਤਾ। ਪਰਖਣ ਵਾਸਤੇ ਦਾਤੇ ਬੰਦੂਕ ਫੜ ਲਈ, ਸਾਵੇਂ ਸੂਰਮਾ ਖੜਕੂ ਸਕਿਆ ਨਹੀਂ। ਉਹ ਡੱਲਿਆ ਸਿੰਘਾਂ ਸਾਹਮਣੇ ਕੱਖ ਵੀ ਨਹੀਂ, ਇਹਨਾਂ ਖੰਡੇ ਦੇ ਪੌਲ ਨੂੰ ਛਕਿਆ ਨਹੀਂ। ਜਦੋਂ ਸਤਿਗੁਰੂ ਨੇ ਬੰਦੂਕ ਪਰਖਣ ਵਾਸਤੇ ਡੱਲੇ ਦੇ ਸਿਪਾਹੀਆਂ ਨੂੰ ਬੁਲਾਇਆ ਕਿ ਸਾਹਮਣੇ ਖੜੇ ਕਰੋ, ਮੈਂ ਨਿਸ਼ਾਨਾ ਪਰਖਣਾ ਹੈ, ਤੇ ਸਾਰੇ ਸਿਪਾਹੀ ਡੱਲੇ ਦੇ ਭੱਜ ਗਏ ਸਨ। ਤੇ ਸੱਚੇ ਪਾਤਸ਼ਾਹ ਨੇ ਜਦੋਂ ਸਿੱਖਾਂ ਨੂੰ ਆਵਾਜ਼ ਮਾਰੀ, ਦੋ ਪਿਓ ਪੁੱਤ ਵੀਰ ਸਿੰਘ ਧੀਰ ਸਿੰਘ ਸਾਹਮਣੇ ਖੜੇ ਹੋ ਗਏ। ਕਹਿੰਦੇ ਮਹਾਰਾਜ ਸਾਡੇ ਤੇ ਗੋਲੀ ਚਲਾ ਕੇ ਨਿਸ਼ਾਨਾ ਪਰਖੋ। ਮਹਾਰਾਜ ਕਹਿੰਦੇ ਡੱਲਿਆ ਤੇਰੇ ਸੂਰਮੇ ਸਿੰਘਾਂ ਦਾ ਮੁਕਾਬਲਾ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਖੰਡੇ ਬਾਟੇ ਦੇ ਪੌਲ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ। ਐਸੀ ਬਖਸ਼ਿਸ਼ ਹੈ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਦੇ ਅੰਦਰ। ਤੇ ਅੱਜ ਇੱਥੇ ਅਸੀਂ ਖਾਲਸੇ ਦਾ ਸਾਜਨਾ ਦਿਵਸ ਮਨਾ ਰਹੇ ਹਾਂ, ਉੱਥੇ ਸਿੱਖ ਦਸਤਾਰ ਦਿਵਸ ਵੀ ਹੈ। ਕਲਗੀਧਰ ਪਾਤਸ਼ਾਹ ਨੇ ਜਿਸ ਧਰਤੀ ਤੇ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਬਖਸ਼ੀ ਨਾ, ਉਸ ਤਖਤ ਦਾ ਨਾਮ ਕੇਸਾਂ ਦੇ ਉੱਪਰ ਰੱਖਿਆ। ਅਸੀਂ ਕਦੇ ਧਿਆਨ ਨਹੀਂ ਦਿੱਤਾ। ਉਸ ਤਖਤ ਨੂੰ ਕੇਸਗੜ੍ਹ ਸਾਹਿਬ ਆਪਾਂ ਕਹਿੰਦੇ ਆ।
ਉਹਦੇ ਸਾਹਮਣੇ ਹੀ ਬਿਲਕੁਲ ਗੁਰਦੁਆਰਾ ਦਮਾਲਗੜ੍ਹ ਹੈ, ਜਿੱਥੇ ਸਤਿਗੁਰੂ ਪਾਤਸ਼ਾਹ ਜੀ ਦਮਾਲੇ ਸੋਹਣੇ ਸਜਾਉਣ ਦੇ ਮੁਕਾਬਲੇ ਕਰਵਾਇਆ ਕਰਦੇ ਸਨ। ਤੇ ਅੱਜ ਅਸੀਂ ਆਪਣੇ ਸਿਰਾਂ ਤੇ ਝਾਤੀ ਮਾਰੀਏ, ਦਸਤਾਰਾਂ ਸਾਡੇ ਸਿਰਾਂ ਤੋਂ ਅਲੋਪ ਹੁੰਦੀਆਂ ਜਾ ਰਹੀਆਂ ਨੇ, ਤੇ ਲਗਭਗ ਅਜੋਕੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਕੇਸਾਂ ਤੋਂ ਪਤਤ ਹੋ ਰਹੀ ਹੈ, ਦਸਤਾਰਾਂ ਉਹਨਾਂ ਨੂੰ ਬੋਝ ਲੱਗਦੀਆਂ ਨੇ। ਪਰ ਮੈਂ ਇੱਕ ਬੇਨਤੀ ਕਰਾਂ, ਦਸਤਾਰ ਜਿਹੜੀ ਸਰਦਾਰੀ ਦਾ ਤਾਜ ਹੈ, ਸਾਧ ਸੰਗਤ ਜਿਹੜਾ ਸਤਿਗੁਰੂ ਨੇ ਬਖਸ਼ਿਆ, ਨੂਰੀ ਪਾਤਸ਼ਾਹ ਅੰਮ੍ਰਿਤ ਦੀ ਦਾਤ ਬਖਸ਼ੀ, ਨਾਲੇ ਗੁਰਸਿੱਖੀ ਕਲਗੀ ਧਾਰ ਬਖਸ਼ੀ, ਸੀਸ ਉੱਤੇ ਸੋਹਣੇ ਕੇਸ ਬਖਸ਼ੇ ਤੇ ਕੇਸਾਂ ਦੇ ਉੱਤੇ ਦਸਤਾਰ ਬਖਸ਼ੀ। ਬਾਕੀ ਚਾਰ ਕੱਕੇ ਭਵੇਂ ਹੋਣ ਪੂਰੇ, ਕੇਸਾਂ ਬਾਜ ਨਹੀਂ ਸਿੱਖੀ ਕਰਦਾਰ ਬਣਦਾ। ਕਿਸੇ ਬੰਦੇ ਨੇ ਕੰਘਾ ਵੀ ਰੱਖਿਆ ਹੋਵੇ, ਕੜਾ ਵੀ ਹੋਵੇ, ਕਿਰਪਾਨ ਵੀ ਹੋਵੇ, ਕਛਹਿਰਾ ਵੀ ਹੋਵੇ, ਪਰ ਕੇਸ ਨਾ ਹੋਣ ਤਾਂ ਜੋ ਮਰਜ਼ੀ ਕਹੀ ਜਾਏ, ਲੋਕ ਕਹਿਣਗੇ ਵੀ ਤੂੰ ਸਿੱਖ ਨਹੀਂ ਹੈ, ਤੇਰੇ ਕੇਸ ਨਹੀਂ ਹੈਗੇ। ਬਾਕੀ ਚਾਰ ਕੱਕੇ ਭਵੇਂ ਹੋਣ ਪੂਰੇ, ਕੇਸਾਂ ਬਾਜ ਨਹੀਂ ਸਿੱਖੀ ਕਰਦਾਰ ਬਣਦਾ। ਕੇਸ ਰੱਖ ਕੇ ਸਿੱਖ ਤੇ ਬਣ ਸਕਦਾ ਹੈ, ਪਰ ਬੱਝੇ ਪੱਗ ਤੇ ਫੇਰ ਸਰਦਾਰ ਬਣਦਾ। ਪੱਗ ਵੇਖਣ ਨੂੰ ਟੋਟਾ ਹੀ ਆ ਕੱਪੜੇ ਦਾ, ਰੰਗ ਦਈਏ ਤੇ ਹੋਰ ਵੀ ਸਜਦਾ ਆ, ਪਰ ਇਹਦਾ ਟੌਰ ਬਣਦਾ ਉਸ ਵੇਲੇ ਪੱਗ ਬਣ ਕੇ ਜਦ ਸਿਰ ਤੇ ਵੱਜਦਾ ਆ। ਪੱਗ ਵੇਖਣ ਨੂੰ ਟੋਟਾ ਹੀ ਆ ਕੱਪੜੇ ਦਾ, ਰੰਗ ਦਈਏ ਤੇ ਹੋਰ ਵੀ ਸਜਦਾ ਆ, ਪਰ ਇਹਦਾ ਟੌਰ ਬਣਦਾ ਉਸ ਵੇਲੇ ਪੱਗ ਬਣ ਕੇ ਜਦ ਸਿਰ ਤੇ ਵੱਜਦਾ ਆ। ਬਿਨਾਂ ਪੱਗ ਦੇ ਕਾਹਦੀ ਪਛਾਣ ਹੁੰਦੀ, ਹੋਵੇ ਆਦਮੀ ਲੱਖ ਹਜ਼ਾਰ ਜਾਂਦਾ। ਬਿਨਾਂ ਪੱਗ ਦੇ ਕਾਹਦੀ ਪਛਾਣ ਹੁੰਦੀ, ਹੋਵੇ ਆਦਮੀ ਲੱਖ ਹਜ਼ਾਰ ਜਾਂਦਾ। ਲੱਖਾਂ ਵਿੱਚ ਹੋਵੇ ਇੱਕ ਪੱਗ ਵਾਲਾ ਤੇ ਲੋਕੀ ਆਖਦੇ ਆ ਸਰਦਾਰ ਜਾਂਦਾ। ਲੱਖਾਂ ਵਿੱਚ ਹੋਵੇ ਇੱਕ ਪੱਗ ਵਾਲਾ, ਲੋਕੀ ਆਖਦੇ ਆਓ ਸਰਦਾਰ ਜਾਂਦਾ। ਜਿਹੜਾ ਟੌਰ ਹੈ ਪੱਗ ਦਾ ਜੱਗ ਅੰਦਰ, ਲੀੜਾ ਹੋਰ ਨਾ ਟੌਰ ਵਿਖਾਏ ਕੋਈ। ਲੋਕੀ ਆਖਦੇ ਪਗੜੀ ਸੰਭਾਲ ਜੱਟਾ, ਤੇ ਜੱਟਾ ਧੋਤੀ ਸੰਭਾਲ ਨਾ ਗਾਏ ਕੋਈ। ਪਰਿਆ ਵਿੱਚ ਜਿਸ ਬੰਦੇ ਦੀ ਪੱਗ ਲੈ ਜਾਏ, ਉਹਦਾ ਮਾਣ ਹੈ ਨਹੀਂ ਰਹਿੰਦਾ ਜੱਗ ਉੱਤੇ। ਸਿਹਰਾ ਕਦੇ ਵੀ ਟਿੰਡ ਤੇ ਵੱਜਦਾ ਨਹੀਂ, ਸਿਹਰਾ ਜਦੋਂ ਵੀ ਵੱਜੂ ਪੱਗ ਉੱਤੇ। ਆਮ ਆਦਮੀ ਵਾਸਤੇ ਟੌਰ ਹੈ ਇਹ, ਪਰ ਸਿੱਖਾਂ ਵਾਸਤੇ ਸੁਗਾਤ ਹੈ। ਇਹਨੂੰ ਸਦਾ ਸੰਭਾਲ ਕੇ ਰੱਖੀਏ ਜੀ, ਕਲਗੀਧਰ ਦੀ ਬਖਸ਼ੀ ਹੋਈ ਦਾਤ ਹੈ ਇਹ। ਅੱਜ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤ ਵੱਡੇ ਪਰਉਪਕਾਰ ਸਾਡੇ ਤੇ ਕੀਤੇ। ਜਿੱਥੇ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਬਖਸ਼ੀ, ਉੱਥੇ ਸਤਿਗੁਰੂ ਨੇ ਦਸਤਾਰ ਦੀ ਬਖਸ਼ਿਸ਼ ਵੀ ਸਾਡੇ ਤੇ ਕੀਤੀ। ਖਾਲਸੇ ਦਾ ਇੱਕ ਵੱਖਰਾ ਰੂਪ ਬਣਾ ਦਿੱਤਾ। ਲੱਖਾਂ ਵਿੱਚ ਖੜਾ ਹੋਇਆ ਖਾਲਸਾ, ਉਹਦੀ ਇੱਕ ਵੱਖਰੀ ਪਹਿਚਾਣ ਸਤਿਗੁਰੂ ਪਾਤਸ਼ਾਹ ਨੇ ਰਹਿਮਤ ਕਰਕੇ ਬਖਸ਼ੀ ਹੈ। ਅੱਜ ਆਪਾਂ ਖਾਲਸਾ ਸਾਜਨਾ ਦਿਵਸ ਮਨਾ ਰਹੇ ਹਾਂ, ਦਸਤਾਰ ਦਿਵਸ ਮਨਾ ਰਹੇ ਹਾਂ। ਇਹ ਪ੍ਰਣ ਕਰੀਏ ਕਿ ਆਉਣ ਵਾਲੇ ਸਮੇਂ ਦੇ ਅੰਦਰ ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ, ਉਹ ਖੰਡੇ ਬਾਟੇ ਦੀ ਦਾਤ ਪ੍ਰਾਪਤ ਕਰਕੇ ਗੁਰੂ ਵਾਲੇ ਬਣੀਏ। ਆਪਣੇ ਜੀਵਨ ਦੇ ਅੰਦਰ ਮਰਿਆਦਾ ਲੈ ਕੇ ਆਈਏ, ਤੇ ਤਾਂ ਹੀ ਅਸੀਂ ਗੁਰੂ ਦੇ ਦਰ ਤੇ ਪ੍ਰਵਾਨ ਹੋਵਾਂਗੇ। ਤੇ ਸਾਧ ਸੰਗਤ, ਜੇ ਅਸੀਂ ਆਪਣੇ ਮਨ ਦੇ ਪਿੱਛੇ ਲੱਗ ਕੇ ਸੰਸਾਰ ਦੀਆਂ ਕੁਰੀਤੀਆਂ ਦੇ ਵਿੱਚ ਫਸ ਗਏ, ਤੇ ਫਿਰ ਗੁਰੂ ਨੇ ਸਾਡੀ ਬਾਂਹ ਨਹੀਂ ਫੜਨੀ। ਅਸੀਂ ਗੁਰੂ ਕੇ ਚਰਨਾਂ ਵਿੱਚ ਆ ਕੇ ਇਹ ਅਰਦਾਸ ਕਰੀਏ, ਮਹਾਰਾਜ ਅਸੀਂ ਭੁੱਲੇ ਹੋਏ ਹਾਂ, ਤੁਸੀਂ ਕਿਰਪਾਲੂ ਭੁੱਲਿਆਂ ਨੂੰ ਰਾਹ ਤੇ ਪਾਉਣ ਵਾਲੇ, ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰ, ਵਡਭਾਗੀ ਪਾਇਆ, ਕਿਰਪਾ ਕਰਕੇ ਸਾਨੂੰ ਭੁੱਲਿਆਂ ਨੂੰ ਮਾਰਗ ਤੇ ਪਾਓ। ਆਪਣੇ ਚਰਨਾਂ ਦੇ ਨਾਲ ਜੋੜੋ, ਸਾਡੀ ਜ਼ਿੰਦਗੀ ਵਿੱਚ ਅੰਮ੍ਰਿਤ ਆ ਸਕੇ। ਸਿੱਖ ਜਦੋਂ ਉੱਠਦਾ ਹੈ ਨਾ, ਉਸ ਸਮੇਂ ਨੂੰ ਵੀ ਅੰਮ੍ਰਿਤ ਵੇਲਾ ਕਹਿੰਦੇ ਨੇ। ਜਿਹੜੀ ਬਾਣੀ ਹੈ, ਬਾਣੀ ਨੂੰ ਵੀ ਅੰਮ੍ਰਿਤ ਆਖਿਆ ਗਿਆ। ਸਾਡਾ ਸੰਬੰਧ ਗੁਰੂ ਨੇ ਅੰਮ੍ਰਿਤ ਦੇ ਨਾਲ ਜੋੜਿਆ ਸੀ, ਪਰ ਬੜਾ ਅਫਸੋਸ ਹੁੰਦਾ ਹੈ ਅਸੀਂ ਉਸ ਅੰਮ੍ਰਿਤ ਨੂੰ ਤਜ ਕੇ ਵਿਖਿਆ ਨੂੰ ਗ੍ਰਹਿਣ ਕਰ ਲਿਆ। ਗੁਰੂ ਰਹਿਮਤ ਕਰੇ ਅਸੀਂ ਸਿਆਣੇ ਬਣ ਜਾਈਏ, ਸੁਗੜ ਸਿੱਖ ਬਣੀਏ, ਅੰਮ੍ਰਿਤ ਦੇ ਵਪਾਰੀ ਬਣੀਏ, ਤੇ ਬਾਣੀ ਦਾ ਫੈਸਲਾ ਅੰਮ੍ਰਿਤ ਕਾ ਵਪਾਰੀ ਹੋਵੇ, ਕਿਆ ਮਦ ਸ਼ੂਸ਼ੈ ਭਾਉ ਧਰੈ। ਜਿਹੜੇ ਅੰਮ੍ਰਿਤ ਦੇ ਵਪਾਰੀ ਬਣਦੇ ਨੇ
ਉਹ ਕਿਸੇ ਹੋਰ ਚੀਜ਼ ਵੱਲ ਧਿਆਨ ਨਹੀਂ ਦਿੰਦੇ। ਤੇ ਨਾਲ ਸਾਧ ਸੰਗਤ ਅੱਜ ਦੇ ਦਿਹਾੜੇ ਗੁਰੂ ਅਮਰਦਾਸ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ। ਆਪਣੀ ਬਾਣੀ ਦੇ ਅੰਦਰ ਸੱਤਾ ਬਲਵੰਡ ਜੀ ਲਿਖਦੇ ਨੇ, ਪੀਊ ਦਾਦੇ ਜਿਵੇਹਾ ਪੋਤਰਾ ਪ੍ਰਵਾਨ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਗੁਰੂ ਅੰਗਦ ਸਾਹਿਬ ਨੂੰ ਕੀਤੀ ਸੀ, ਇਸੇ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ 12 ਸਾਲ ਲੰਬੀ ਸੇਵਾ ਕਰਕੇ ਗੁਰੂ ਦਾ ਹਰ ਇੱਕ ਹੁਕਮ ਸਿਰ ਮੱਥੇ ਪ੍ਰਵਾਨ ਕਰਕੇ ਇਹ ਦਾਤ ਗੁਰੂ ਦੇ ਕੋਲੋਂ ਪ੍ਰਾਪਤ ਕੀਤੀ ਗੁਰਤਾ ਗੱਦੀ ਦੀ। ਤੇ ਜਦੋਂ ਸਤਿਗੁਰੂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਸਤਿਗੁਰੂ ਦੀ ਸ਼ੋਭਾ ਬਿਆਨ ਕਰਦਿਆਂ ਹੋਇਆਂ ਭੱਟਾਂ ਨੇ ਆਖਿਆ ਸੀ, ਕਨਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਨੰਤ ਨ ਆਵੈ, ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੋ ਕਬ ਜਨ ਭਲ ਉਨਾ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ। ਉਸ ਮਹਾਨ ਸਤਿਗੁਰੂ ਦਾ